ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਸਾ ਮਹੱਲਾ ਪੰਜਵਾ। ਦੁਪਦੇ। ਆਸਾ ਰਾਗ ਵਿੱਚ ਪੰਚਮ ਗੁਰਦੇਵ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੋ ਪੌੜੀਆਂ ਵਾਲੇ ਸ਼ਬਦ ਉਚਾਰਦੇ ਹਨ। ਚੱਲ ਰਹੀ ਲੜੀਵਾਰ ਕਥਾ ਵਿਚਾਰ ਪਾਵਨ ਅੰਗ 404 'ਤੇ ਸਤਿਗੁਰੂ ਕਿਰਪਾ ਕਰ ਰਹੇ ਹਨ। ਸੋ ਆਓ ਸਤਿਗੁਰੂ ਮਹਾਰਾਜ ਜੀ ਦੀ ਪਾਵਨ ਪਵਿੱਤਰ ਵਿਚਾਰ ਦੇ ਨਾਲ ਜੁੜ ਕਰਕੇ ਲਾਭ ਪ੍ਰਾਪਤ ਕਰੀਏ। ਗੁਰ ਪ੍ਰਸਾਦ ਮੇਰਾ ਮਨ ਵਸਿਆ, ਜੋ ਮੰਗੋ ਸੋ ਪਾਵੋ ਰੇ। ਹੇ ਭਾਈ ਸਤਿਗੁਰੂ ਸਾਹਿਬ ਜੀ ਦੀ ਪ੍ਰਸਾਦ ਕਿਰਪਾ ਕਰਕੇ ਸਾਡੇ ਮਨ ਹਿਰਦੇ ਵਿੱਚ ਪਰਮੇਸ਼ਵਰ ਵਾਹਿਗੁਰੂ ਵਸ ਗਿਆ ਹੈ। ਉਸ ਕੋਲੋਂ ਮੈਂ ਜੋ ਵੀ ਮੰਗਦਾ ਹਾਂ ਉਹ ਹੀ ਪਾ ਲੈਂਦਾ ਹਾਂ। ਨਾਮ ਰੰਗ ਇਹੋ ਮਨ ਤ੍ਰਿਪਤਾਨਾ, ਬਹੁਰ ਨ ਕਤਹੂੰ ਧਾਵੋ ਰੇ। ਹੇ ਭਾਈ ਪਰਮੇਸ਼ਰ ਦੇ ਨਾਮ ਦੇ ਰੰਗ ਪ੍ਰੇਮ ਵਿੱਚ ਸਾਡਾ ਇਹ ਮਨੁਆ ਜਿਹੜਾ ਹੈ ਮਨ ਹਿਰਦਾ ਤ੍ਰਿਪਤਾਨਾ ਤ੍ਰਿਪਤ ਹੋ ਗਿਆ। ਹੁਣ ਬਹੁਰ ਮੁੜ ਕੇ ਵਾਸ਼ਨਾ ਕਰਕੇ ਹੋਰ ਕਿਤੇ ਵੀ ਧਾਵੋ ਦੌੜ ਕੇ ਨਹੀਂ ਜਾਂਦਾ। ਹਮਰਾ ਠਾਕੁਰ ਸਭ ਤੇ ਉੱਚਾ, ਰਹਿਣ ਦਿਨ ਸਤਿਸ ਗਾਵੋ ਰੇ। ਹੇ ਭਾਈ ਸਾਡਾ ਠਾਕੁਰ ਸੁਆਮੀ ਪਰਮੇਸ਼ਰ ਸਾਰਿਆਂ ਬ੍ਰਹਮਾ ਵਿਸ਼ਨੂੰ ਇਤਿਆਦ ਵੱਡੇ ਦੇਵਤਿਆਂ ਤੋਂ ਵੀ ਉੱਚਾ ਕਹੀਏ ਉੱਚਾ ਹੈ। ਅਸੀਂ ਰਾਤ ਦਿਨ ਉਸ ਪਰਮੇਸ਼ਰ ਤਾਈਂ ਗਾਉਂਦੇ ਹਾਂ। ਖਿਨ ਮਹਿ ਥਾਪ ਉਹ ਥਾਪਨ ਹਾਰਾ, ਤਿਸ ਤੇ ਤੁਝ ਹੈ ਡਰਾਵੋ ਰੇ ਰਹਾਉ। ਉਹ ਪਰਮੇਸ਼ਰ ਇੱਕ ਛਿਨ ਮਾਤਰ ਸਮੇਂ ਵਿੱਚ ਹੀ ਸਥਾਪਿਤ ਕੀਤੇ ਹੋਏ ਜੀਵਾਂ ਨੂੰ ਉਹ ਥਾਪਨ ਹਾਰਾ ਪੁੱਟਣ ਵਾਲਾ ਨਾਸ਼ ਕਰਨ ਵਾਲਾ ਹੈ। ਥਾਪੇ ਹੋਏ ਕਾਮ ਕ੍ਰੋਧ ਆਦਿਕਾਂ ਨੂੰ ਨਾਸ਼ ਕਰਨ ਵਾਲਾ ਹੈ। ਇੱਕ ਖਿਨ ਵਿੱਚ ਗਿਆਨ ਆਦਿ ਸ਼ੁਭ ਗੁਣਾਂ ਨੂੰ ਥਾਪ ਕੇ ਅਗਿਆਨ ਆਦਿ ਔਗੁਣਾਂ ਨੂੰ ਨਾਸ਼ ਕਰਨ ਵਾਲਾ ਹੈ। ਉਸ ਪਰਮੇਸ਼ਰ ਤੋਂ ਤੈਨੂੰ ਵੀ ਡਰਾਉਂਦਾ ਹਾਂ ਕਿ ਤੂੰ ਵੀ ਆਪਣੇ ਮਨ ਵਿੱਚ ਉਸ ਦਾ ਭੈ ਰੱਖ ਰਹਾਓ। ਵਿਸਰਾਮ ਦੇ ਕੇ ਸਤਿਗੁਰੂ ਕਹਿੰਦੇ ਹਨ, ਜਬ ਦੇਖੋ ਪ੍ਰਭ ਆਪਣਾ ਸੁਆਮੀ, ਤਉ ਅਵਰਹਿ ਚੀਤ ਨ ਪਾਵੋ ਰੇ। ਹੇ ਭਾਈ ਜਦੋਂ ਮੈਂ ਆਪਣਾ ਸੁਆਮੀ ਮਾਲਕ ਪਰਮੇਸ਼ਰ ਦੇਖਦਾ ਹਾਂ ਤਦੋਂ ਹੋਰ ਕਿਸੇ ਨੂੰ ਆਪਣੇ ਚਿੱਤ ਮਨ ਵਿੱਚ ਨਹੀਂ ਪਾਉਂਦਾ, ਭਾਵ ਨਹੀਂ ਲਿਆਉਂਦਾ। ਨਾਨਕ ਦਾਸ ਪ੍ਰਭ ਆਪ ਬਹਿਰਾਇਆ, ਭ੍ਰਮ ਭਉ ਮੇਟ ਲਿਖਾਵੋ ਰੇ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਹੇ ਭਾਈ ਸਾਨੂੰ ਸੇਵਕਾਂ ਨੂੰ ਪ੍ਰਭ ਪਰਮੇਸ਼ਰ ਨੇ ਆਪ ਭਗਤੀ ਰੂਪ ਸਿਰਪਾਓ ਪਹਿਰਾਇਆ ਪਹਿਨਾਇਆ ਹੈ, ਵਡਿਆਈ ਦਿੱਤੀ ਹੈ। ਇਹ ਗੱਲ ਅਸੀਂ ਸੰਸਾ ਤੇ ਭਉ ਡਰ ਆਦਿ ਮੇਟ ਕਰਕੇ ਲਿਖਾ ਰਹੇ ਹਾਂ। ਪਰਮੇਸ਼ਰ ਨੇ ਸਾਡਾ ਭਰਮ ਤੇ ਭੈ ਮੇਟ ਕਰਕੇ ਹਿਰਦੇ ਵਿੱਚ ਸਰੂਪ ਨੂੰ ਲਿਖਾਵੋ ਲਿਖਾ ਦਿੱਤਾ। ਅੰਮ੍ਰਿਤ ਨਾਮ ਅਤੇ ਭਰਮ ਭਉ ਮੇਟਣ ਦਾ ਲੇਖ ਲਿਖ ਲਿਆ ਹੈ। ਆਸਾ ਮਹੱਲਾ ਪੰਜਵਾ। ਚਾਰ ਬਰਨ ਚੌਹਾ ਕੇ ਮਰਦਨ, ਖੜ ਦਰਸ਼ਨ ਕਰ ਤਲੀ ਰੇ। ਹੇ ਭਾਈ ਚਾਰ ਵਰਨ ਬ੍ਰਾਹਮਣ ਖੱਤਰੀ ਵੈਸ਼ ਸ਼ੂਦਰ ਅਤੇ ਚੌਹਾ ਕੇ ਮਰਦਨ। ਚੌਹਾ ਭਾਵ ਚਾਰ ਆਸ਼ਰਮ, ਬ੍ਰਹਮਚਾਰੀ ਗ੍ਰਸਤੀ ਬਾਨਪ੍ਰਸਥ ਸੰਨਿਆਸੀ ਜਾਂ ਸੀਆ ਸੁੰਨੀ ਰਾਫੇਜੀ ਇਮਾਮ ਸਾਫੀ ਜਾਂ ਉੱਤਮ ਮੱਧਮ ਕਨਿਸ਼ਟ ਅਦਮ ਇਤਿਆਦ ਦੇ ਤਾਈਂ ਕਾਮ ਕ੍ਰੋਧ ਆਦਿ ਵਿਸ਼ੇ ਮਰਦਨ ਕਹੀਏ ਮਲ ਦੇਣ ਵਾਲੇ ਹਨ। ਅਤੇ ਖੜ ਸ਼ਾਸਤਰ ਛੇ ਸ਼ਾਸਤਰਾਂ ਨੂੰ ਪੜ੍ਹਨ ਵਾਲਿਆਂ ਜਾਂ ਛੇ ਭੇਖ ਜੋਗੀ ਜੰਗਮ ਸਰੇਵੜੇ ਸੰਨਿਆਸੀ ਦਰਵੇਸ਼ ਵਾਲਿਆਂ ਨੂੰ ਇਹਨਾਂ ਕਾਮਾਂ ਦਿਕਾਂ ਨੇ ਆਪਣੇ ਕਰ ਹੱਥਾਂ ਦੀ ਤਲੀ ਉੱਪਰ ਕੀਤਾ ਹੋਇਆ। ਅਰਥਾਤ ਕਾਮਾਂ ਦਿਕਾਂ ਨੇ ਜੋ ਮਨ ਵਿੱਚ ਸੰਕਲਪ ਪੈਦਾ ਕਰਨਾ ਹੈ ਇਹ ਹੱਥ ਹੈ, ਅਤੇ ਜੋ ਇੱਛਾ ਫੁਰਨੀ ਇਹ ਤਲੀ ਹੈ। ਸੁੰਦਰ ਸੁਗਰ ਸਰੂਪ ਸਿਆਨੇ, ਪੰਚੋ ਹੀ ਮੋਹ ਸ਼ਲੀਰੇ। ਹੇ ਭਾਈ ਜਿਹੜੇ ਚੰਦਰਮਾ ਵਰਗੇ ਸੋਹਣੇ, ਬ੍ਰਹਮਾ ਵਰਗੇ ਸ੍ਰੇਸ਼ਟ ਘਾੜਤਾਂ ਖਣਨ ਵਾਲੇ ਸਰੂਪ ਰੂਪਵੰਤ ਅਤੇ ਨਾਰਦ ਵਰਗੇ ਸਿਆਣੇ ਪੁਰਸ਼ ਸਨ, ਉਹਨਾਂ ਨੂੰ ਵੀ ਨਿਸ਼ਚੇ ਕਰਕੇ ਇਹਨਾਂ ਪੰਜਾਂ ਨੇ ਮੋਹ ਆਦਿਕਾਂ ਨੇ ਛਲ ਲਿਆ ਹੈ।
ਜਿਨ ਮਿਲ ਮਾਰੇ ਪੰਚ ਸੂਰਬੀਰ, ਐਸੋ ਕੌਣ ਬਲੀ ਰੇ। ਹੇ ਭਾਈ, ਜਿਨ੍ਹਾਂ ਪੁਰਸ਼ਾਂ ਨੇ ਸਤਿਗੁਰਾਂ ਦੀ ਸੰਗਤ ਵਿੱਚ ਮਿਲ ਕਰਕੇ ਪੰਜ ਸੂਰਬੀਰ ਬਹਾਦਰ ਕਾਮਾਦਿਕਾਂ ਨੂੰ ਮਾਰ ਲਿਆ ਹੈ, ਅਜਿਹਾ ਕੌਣ ਕਿਹੜਾ ਬਲੀ ਬਲਵਾਨ ਹੈ। ਇਹ ਪੰਜੇ ਬਹਾਦਰ ਕਾਮਾਦਿਕ ਮਿਲਵਾਂ ਹੀ ਮਾਰਨਾ ਕਰਦੇ ਆ। ਜਿਵੇਂ ਕੋਈ ਆਦਮੀ ਬਿਛੂ ਲਈ ਬੈਠਾ ਸੀ, ਕਿਸੇ ਨੇ ਪੁੱਛਿਆ ਕਿ ਇਸ ਵੱਡੇ ਬਿਛੂ ਦਾ ਕੀ ਮੁੱਲ ਹੈ, ਤਾਂ ਉਸਨੇ ਕਿਹਾ ਕਿ 1 ਰੁਪਈਆ। ਫਿਰ ਛੋਟੇ ਦਾ ਮੁੱਲ ਪੁੱਛਿਆ ਤਾਂ ਉਸ ਦਾ ਵੀ 1 ਰੁਪਈਆ ਦੱਸਿਆ। ਇਸ ਨੇ ਹੈਰਾਨ ਹੋ ਕੇ ਪੁੱਛਿਆ ਕਿ ਇਹਨਾਂ ਛੋਟੇ ਅਤੇ ਵੱਡੇ ਦੋਹਾਂ ਦਾ ਮੁੱਲ ਇੱਕੋ ਜਿਹਾ ਹੀ ਹੈ, ਇਹ ਕੀ ਕਾਰਨ ਹੈ। ਤਾਂ ਉਸਨੇ ਕਿਹਾ ਕਿ ਇਹਨਾਂ ਦੋਹਾਂ ਦੇ ਡੰਗ ਦੀ ਜ਼ਹਿਰ ਇੱਕੋ ਜਿਹੀ ਹੈ। ਇਸੇ ਪ੍ਰਕਾਰ ਇਹ ਪੰਜੇ ਵਿਕਾਰ ਇੱਕੋ ਜਿਹਾ ਹੀ ਹਮਲਾ ਕਰਦੇ ਆ, ਪਰੰਤੂ ਜਿਸ ਨੇ ਇਹਨਾਂ ਪੰਜਾਂ ਨੂੰ ਮਾਰ ਲਿਆ, ਅਜਿਹਾ ਬਲਵਾਨ ਕੌਣ ਹੈ। ਭਾਵ ਕੋਈ ਵਡਭਾਗੀ ਹੀ ਹੈ। ਜਿਨ ਪੰਚ ਮਾਰ ਬਿਦਾਰ ਗੁਦਾਰੇ, ਸੋ ਪੂਰਾ ਇਹ ਕਲੀ ਰੇ ਰਹਾਉ। ਹੇ ਭਾਈ, ਜਿਸ ਨੇ ਇਹਨਾਂ ਪੰਜਾਂ ਕਾਮਾਦਿਕਾਂ ਨੂੰ ਬਿਦਾਰ ਕਹੀਏ ਸਾਵਧਾਨ ਹੋ ਕੇ ਆਪਣੇ ਮਨ ਵਿੱਚੋਂ ਗੁਦਾਰੇ ਬਾਹਰ ਦੂਰ ਕੱਢ ਦਿੱਤਾ, ਨਾਸ਼ ਕਰ ਦਿੱਤਾ ਹੈ, ਉਹ ਹੀ ਇਹ ਕਲੀ ਕਲਯੁਗ ਦੇ ਸਮੇਂ ਵਿੱਚ ਪੂਰਨ ਪੁਰਖ ਹੈ। ਰਹਾਉ ਵਿਸਰਾਮ ਦੇ ਕੇ ਕਿਰਪਾ ਕਰਦੇ ਹਨ। ਵੱਡੀ ਕੌਮ ਵਸ ਭਾਗੈ ਨਾਹੀ, ਮੋਹਕਮ ਫੌਜ ਹਠਲੀ ਰੇ। ਹੇ ਭਾਈ, ਇਹ ਕਾਮਾਦਿਕ ਆਸਰੀ ਸੰਪਦਾ ਰੂਪੀ ਵੱਡੀ ਕੌਮ ਉਮਤ ਭਾਵ ਵੱਡੀ ਧਾੜ ਵਾਲੇ ਹਨ। ਨਾ ਤਾਂ ਇਹ ਵਸ ਅਧੀਨ ਹੁੰਦੇ ਆ ਤੇ ਨਾ ਹੀ ਭਾਗੈ ਭੱਜਦੇ ਆ। ਇਹਨਾਂ ਦੀ ਫੌਜ ਬਹੁਤ ਮੋਹਕਮ ਮਜ਼ਬੂਤ ਭਾਵ ਜੰਮ ਕੇ ਲੜਨ ਵਾਲੀ ਤੇ ਹਠਲੀ ਹੱਠ ਵਾਲੀ ਆ, ਅਰਥਾਤ ਜਿਸ ਦੇ ਮਗਰ ਪੈਂਦੇ ਆ ਨਾ, ਆਪਣਾ ਹੱਠ ਨਹੀਂ ਛੱਡਦੇ। ਕਹੋ ਨਾਨਕ ਤਿਨ ਜਨ ਨਿਰਦਲਿਆ, ਸਾਧ ਸੰਗਤ ਕੈ ਝੱਲੀ ਰੇ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਹੇ ਭਾਈ, ਉਹਨਾਂ ਜਨ ਪੁਰਸ਼ਾਂ ਨੇ ਹੀ ਇਹਨਾਂ ਵਿਕਾਰਾਂ ਨੂੰ ਨਿਰਪਲਸ ਦਲਿਆ, ਨਿਰਵਿਸ਼ੇਸ਼ ਕਰਕੇ ਦਲਿਆ, ਦਲ ਸੁੱਟਿਆ, ਨਾਸ਼ ਕੀਤਾ ਹੈ, ਜੋ ਸਾਧ ਸੰਗਤ ਦੇ ਝੱਲੀ ਆਸਰੇ ਹੋਏ ਆ। ਆਸਾ ਮਹੱਲਾ ਪੰਜਵਾ। ਨੀਕੀ ਜੀ ਕੀ ਹਰ ਕਥਾ ਊਤਮ, ਆਨ ਸਗਲ ਰਸ ਫੀਕੀ ਰੇ ਰਹਾਉ। ਹੇ ਭਾਈ, ਜੀ ਕਹੀਏ ਹਿਰਦੇ ਦੇ ਅੰਦਰ ਵਾਹਿਗੁਰੂ ਦੇ ਸਰੂਪ ਦੀ ਪ੍ਰਾਪਤੀ ਕਰਾਉਣ ਵਾਲੀ, ਹਰੀ ਦੀ ਸਰੂਪ ਲਖਣਾ ਤਟਸਥੀ ਲਖਣਾ ਵਾਲੀ ਉੱਤਮ ਕਥਾ ਬਹੁਤ ਨੀਕੀ ਸੁੰਦਰ ਹੈ। ਹੋਰ ਸਗਲ ਸਾਰੇ ਰਸ ਸਵਾਦ ਫੀਕੀ ਕਹੀਏ ਫਿੱਕੇ ਹਨ। ਰਹਾਉ ਵਿਸਰਾਮ ਦੇ ਕੇ ਕਿਰਪਾ ਕਰਦੇ ਹਨ। ਬਹੁ ਗੁਣ ਧੁਨ ਮੋਨ ਜਨ ਖਟ ਬੇਤੇ, ਅਵਰ ਨ ਕਿਛ ਲਾਇਕੀ ਰੇ। ਹੇ ਭਾਈ, ਬਹੁਤ ਗੁਣ ਗੁਣਵਾਨ ਧੁਨ ਨਾਦ ਅਲਾਪਣ ਵਾਲੇ ਮਨ ਮੰਨਣਸ਼ੀਲ ਮਹਾਤਮਾ ਜਨ, ਭਗਤ ਅਤੇ ਖਟ ਛੇ ਸ਼ਾਸਤਰਾਂ ਨੂੰ ਬੇਤੇ ਕਹੀਏ ਜਾਣਨ ਵਾਲੇ ਸਾਰੇ ਹੀ ਕਹਿੰਦੇ ਹਨ ਕਿ ਪਰਮੇਸ਼ਰ ਦੀ ਕਥਾ ਦੇ ਤੁੱਲ ਹੋਰ ਕੁਝ ਵੀ ਲਾਇਕੀ ਲਾਇਕ ਯੋਗ ਨਹੀਂ ਹੈ। ਬਿਖਾਰੀ ਨਿਰਾਰੀ ਅਪਾਰੀ ਸਹਿਜਾਰੀ, ਸਾਧ ਸੰਗ ਨਾਨਕ ਪੀਕੀ ਰੇ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਹੇ ਭਾਈ, ਇਹ ਹਰੀ ਦੀ ਕਥਾ ਬਿਖਾਰੀ ਬਿਖ ਵਿਸ਼ਿਆਂ ਦੀ ਆਰੀ ਵੈਰਨ ਹੈ, ਭਾਵ ਵਿਕਾਰਾਂ ਦੀ ਬਿਖ ਝਾੜਨ ਵਾਲੀ ਹੈ। ਨਿਰਾਰੀ ਅਨੋਖੀ ਅਸੰਗ ਕਰਨ ਵਾਲੀ ਹੈ। ਅਪਾਰੀ ਪਾਰਾਵਾਰ ਤੋਂ ਰਹਿਤ ਹੈ ਜਾਂ ਅਪਾਰ ਸਰੂਪ ਦੀ ਪ੍ਰਾਪਤੀ ਕਰਾਉਣ ਵਾਲੀ ਹੈ। ਸਹਿਜਾਰੀ ਸ਼ਾਂਤੀ ਜਾਂ ਗਿਆਨ ਵਿੱਚ ਲੈ ਜਾਣ ਵਾਲੀ ਹੈ। ਸਹਿਜ ਸਰੂਪ ਦੇ ਸੁੱਖ ਨੂੰ ਦੇਣ ਵਾਲੀ ਹੈ। ਇਹ ਕਥਾ ਸ੍ਰੇਸ਼ਟ ਜਨਾਂ ਦੀ ਸੰਗਤ ਵਿੱਚ ਮਿਲ ਕਰਕੇ ਪੀਤੀ ਜਾਂਦੀ ਹੈ। ਪੀਕੀ ਕਹੀਏ ਪੀ ਪਤੀ ਪਰਮੇਸ਼ਰ ਕੀ ਦੀ ਇਹ ਕਥਾ ਸਾਧ ਸੰਗਤ ਵਿੱਚੋਂ ਪ੍ਰਾਪਤ ਹੁੰਦੀ ਹੈ। ਆਸਾ ਮਹੱਲਾ ਪੰਜਵਾ। ਇਸ ਸ਼ਬਦ ਵਿੱਚ ਵੀ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਕਥਾ ਦੀ ਹੀ ਮਹਿਮਾ ਬਿਆਨ ਕਰਦੇ ਹਨ ਕਿ ਸਭ ਤੇ ਊਤਮ ਹਰ ਕੀ ਕਥਾ, ਨਾਮ ਸੁਨਤ ਦਰਦ ਦੁੱਖ ਲੱਥਾ। ਕਥਾ ਸਾਨੂੰ ਸੁਣਨੀ ਚਾਹੀਦੀ ਆ। ਕਥਾ ਦੀ ਮਹਿਮਾ ਸਤਿਗੁਰੂ ਕਥਨ ਕਰਦੇ ਆ। ਹਮਾਰੀ ਪਿਆਰੀ ਅੰਮ੍ਰਿਤ ਧਾਰੀ, ਗੁਰ ਨਿਮਖ ਨ ਮਨ ਤੇ ਟਾਰੀ ਰੇ ਰਹਾਉ। ਹੇ ਭਾਈ, ਪਰਮੇਸ਼ਰ ਦੀ ਕਥਾ ਅੰਮ੍ਰਿਤ ਬ੍ਰਹਮਾਨੰਦ ਦੀ ਧਾਰੀ ਕਹੀਏ ਧਾਰਾ ਹੈ। ਹਮਾਰੀ ਸਾਡੇ ਤਾਈਂ ਬਹੁਤ ਪਿਆਰ ਵਾਲੀ ਹੈ।
ਗੁਰ ਸਤਿਗੁਰਾਂ ਨੇ ਇੱਕ ਨਿਮਖ ਅੱਖ ਦੇ ਝਮਕਣ ਜਿੰਨਾ ਸਮਾਂ ਵੀ ਸਾਡੇ ਮਨ ਤੋਂ ਟਾਰੀ ਟਾਲਣਾ ਨਹੀਂ ਕੀਤੀ। ਰਹਾਉ ਵਿਸਰਾਮ ਦੇ ਕੇ ਕਹਿੰਦੇ ਹਨ, ਦਰਸ਼ਨ ਪਰਸਨ ਸਰਸਨ ਹਰਸਨ ਰੰਗ ਰੰਗੀ ਕਰਤਾਰੀ ਰੇ। ਹੇ ਭਾਈ, ਇਹ ਕਥਾ ਕਰਤਾਰੀ ਪਰਮੇਸ਼ਰ ਦੇ ਰੰਗ ਪ੍ਰੇਮ ਵਿੱਚ ਰੰਗੀ ਹੋਈ ਆ। ਇਸ ਦੁਆਰਾ ਪਰਮੇਸ਼ਰ ਦੇ ਦਰਸ਼ਨ ਦੀਦਾਰ ਚਰਨਾਂ ਦੀ ਪਰਸਨ ਸ਼ੋਭ ਪ੍ਰਾਪਤ ਹੁੰਦੀ ਆ ਅਤੇ ਹਿਰਦਾ ਸਰਸਨ ਸਹਿਤ ਆਨੰਦ ਦੇ ਤੇ ਹਰਸਨ ਪ੍ਰਸੰਨਤਾ ਦੇ ਸਹਿਤ ਹੋ ਜਾਂਦਾ। ਜੋ ਸਤ ਸੰਗਤ ਵਿੱਚ ਹਰੀ ਦੀ ਕਥਾ ਦੁਆਰਾ ਉਸ ਦੇ ਦਰਸ਼ਨ ਕਰਦੇ ਹਨ, ਉਹ ਉਸ ਦੇ ਸਰੂਪ ਵਿੱਚ ਹੀ ਪਰਸਨ ਕਈਏ ਮਿਲ ਜਾਂਦੇ ਆ ਅਤੇ ਸਰਸਨ ਸਹਿਤ ਅਦਕਤਾ ਦੇ ਹੋ ਕੇ ਹਰਸਨ ਆਨੰਦ ਦੇ ਸਹਿਤ ਹੋ ਜਾਂਦੇ ਆ ਅਤੇ ਉਹਨਾਂ ਦੀ ਬਿਰਤੀ ਕਰਤਾਰ ਦੇ ਪ੍ਰੇਮ ਵਿੱਚ ਰੰਗੀ ਜਾਂਦੀ ਆ। ਰੰਗ ਰੰਗੀ ਕਰਤਾਰੀ ਰੇ, ਖਿਨ ਰਮ ਗੁਰ ਗਮ ਹਰ ਦਮ ਨਹਿ ਜਮ ਹਰ ਕੰਠ ਨਾਨਕ ਉਰਹਾਰੀ ਰੇ। ਹੇ ਭਾਈ, ਗਿਆਨ ਦੀ ਗਮ ਗਮਤਾ ਵਾਲੇ ਗੁਰ ਸਤਿਗੁਰੂ ਸਾਹਿਬ ਜੀ ਨਾਲ ਮਿਲ ਕਰਕੇ ਹਰ ਹਰੇਕ ਦਮ ਸਵਾਸ ਖਿਨ ਛਿਨ ਕਾਲ ਵਿੱਚ ਹਰੀ ਦੀ ਕਥਾ ਨੂੰ ਰਮ ਉਚਾਰਨ ਕਰੋ, ਫਿਰ ਜਮ ਦੂਤਾਂ ਦੇ ਵਸ ਨਹੀਂ ਪਵੋਗੇ। ਗੁਰੂ ਜੀ ਕਥਨ ਕਰਦੇ ਹਨ ਕਿ ਹਰ ਪਰਮੇਸ਼ਰ ਦੀ ਕਥਾ ਨੂੰ ਕੰਠ ਗਲੇ ਅਤੇ ਉਰ ਹਿਰਦੇ ਦਾ ਹਾਰੀ ਹਾਰ ਬਣਾਉਣਾ ਕਰੋ। ਹਰੀ ਦੀ ਕਥਾ ਨੂੰ ਹਿਰਦੇ ਵਿੱਚ ਇਉਂ ਧਾਰਨ ਕਰੋ ਜਿਵੇਂ ਗਲੇ ਵਿੱਚ ਹਾਰ ਪਾਈਦਾ ਹੈ। ਆਸਾ ਮਹੱਲਾ ਪੰਜਵਾ। ਨੀਕੀ ਸਾਧ ਸੰਗਾਨੀ ਰਹਾਉ। ਹੇ ਭਾਈ, ਸਾਧ ਮਹਾਤਮਾ ਜਨਾਂ ਦੀ ਸੰਗਾਨੀ ਸੰਗਤ ਬਹੁਤ ਨੀਕੀ ਚੰਗੀ ਹੈ। ਰਹਾਉ ਵਿਸਰਾਮ ਦੇ ਕੇ ਸਤਿਗੁਰੂ ਕਿਰਪਾ ਕਰਦੇ ਹਨ। ਪਹਿਰ ਮੂਰਤ ਪਲ ਗਾਵਤ ਗਾਵਤ ਗੋਵਿੰਦ ਗੋਵਿੰਦ ਵਖਾਨੀ। ਜਿਨ੍ਹਾਂ ਸੰਤ ਜਨਾਂ ਦੀ ਪਲ ਮੂਰਤ 2 ਘੜੀਆਂ 8 ਪਹਿਰ ਗੋਵਿੰਦ ਪਰਮੇਸ਼ਰ ਦੇ ਗੁਣ ਗਾਵਤ ਗਾਉਂਦਿਆਂ ਗਾਉਂਦਿਆਂ ਅਤੇ ਨਾਮ ਦਾ ਵਖਿਆਣ ਕਰਦਿਆਂ ਹੀ ਬਤੀਤ ਹੁੰਦੇ ਆ। ਪਹਿਰ ਘੜੀ ਜਾਂ ਪਲ ਕੋ ਸਮੇਂ ਬਾਅਦ ਵੀ ਜਾ ਕੇ ਦੇਖੀਏ ਤਾਂ ਵੀ ਉਹ ਗੁਣ ਗਾਉਂਦੇ ਰਹਿੰਦੇ ਹਨ। ਜੇਕਰ ਉਹਨਾਂ ਸੰਤ ਜਨਾਂ ਨੂੰ ਮਿਲੀਏ ਤਦ ਵੀ ਉਹ ਗੋਵਿੰਦ ਪ੍ਰਿਥਵੀ ਦੇ ਮਾਲਕ ਗੋਵਿੰਦ ਪਰਮੇਸ਼ਰ ਦਾ ਹੀ ਵਖਿਆਨ ਕਰਦੇ ਆ। ਚਾਲਤ ਬੈਸਤ ਸੋਵਤ ਹਰ ਜਸ ਮਨ ਤਨ ਚਰਨ ਖਟਾਨੀ। ਚਾਲਤ ਚੱਲਦਿਆਂ ਬੈਸਤ ਬੈਠਦਿਆਂ ਸੋਵਤ ਸੁੱਤਿਆਂ ਵੀ ਹਰੀ ਦਾ ਜਸ ਕੀਰਤਨ ਕਰਦੇ ਰਹਿੰਦੇ ਹਨ। ਸੰਸਾਰ ਵੱਲੋਂ ਉਪਰਾਮ ਹੋ ਕੇ ਵਾਹਿਗੁਰੂ ਵੱਲ ਸਨਮੁਖ ਬਿਰਤੀ ਰੂਪ ਚੱਲਦਿਆਂ ਚਿੱਤ ਨੂੰ ਇਸਤਤ ਕਰਨ ਰੂਪ ਬੈਠਦਿਆਂ ਅਤੇ ਸਮਾਧੀ ਰੂਪ ਨੀਂਦ ਵਿੱਚ ਸੌਂਦਿਆਂ ਹਰ ਵੇਲੇ ਹਰੀ ਦੇ ਜਸ ਵਿੱਚ ਲੀਨ ਰਹਿੰਦੇ ਆ। ਇਉਂ ਮਨ ਹਿਰਦੇ ਅਤੇ ਤਨ ਸਰੀਰ ਕਰਕੇ ਪਰਮੇਸ਼ਰ ਦੇ ਚਰਨ ਕਮਲਾਂ ਵਿੱਚ ਖਟਾਨੀ ਕਹੀਏ ਸਮਾਏ ਰਹਿੰਦੇ ਆ। ਹਉ ਹਉਰੋ ਤੂੰ ਠਾਕੁਰ ਗੌਰੋ। ਹਉ ਹਉਰੋ ਤੂੰ ਠਾਕੁਰ ਗੌਰੋ ਨਾਨਕ ਸਰਨ ਪਛਾਨੀ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਫਿਰ ਵੀ ਉਹ ਸੰਤ ਇਉਂ ਬੇਨਤੀਆਂ ਕਰਦੇ ਹਨ ਕਿ ਹੇ ਪਰਮੇਸ਼ਰ, ਹਉ ਅਸੀਂ ਤਾਂ ਹਉਰੋ ਹੌਲੇ ਭਾਵ ਤੁਛ ਜਿਹੇ ਦਾਸ ਹਾਂ ਅਤੇ ਤੁਸੀਂ ਗੌਰਵ ਭਾਵ ਗੰਭੀਰਤਾ ਵਾਲੇ ਠਾਕੁਰ ਸੁਆਮੀ ਮਾਲਕ ਹੋ ਅਤੇ ਅਸੀਂ ਤੁਹਾਡੀ ਹੀ ਸਰਨੋਟ ਪਛਾਨੀ ਕੀਏ ਪਛਾਨਣਾ ਕੀਤੀ ਹੈ। ਰਾਗ ਆਸਾ ਮਹੱਲਾ ਪੰਜਵਾ। ਘਰ ਬਾਰਵਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਸਾ ਰਾਗ ਵਿੱਚ ਪੰਜਵੇਂ ਪਾਤਸ਼ਾਹ ਜੀ 12ਵੇਂ ਘਰ ਸੁਰ ਤਾਲ ਵਿੱਚ ਨਾਮ ਜਪਣ ਦੀ ਪ੍ਰੇਰਣਾ ਕਰਦੇ ਹੋਏ ਫਰਮਾਉਂਦੇ ਹਨ। ਮੰਗਲ ਕਰਦੇ ਇੱਕ ਜੋ ਅਦੁੱਤੀ ਬ੍ਰਹਮ ਹੈ, ਓੰਕਾਰ ਸਰਬ ਦਾ ਪ੍ਰਕਾਸ਼ਕ, ਜੋ ਸਤਿਗੁਰਾਂ ਦੀ ਪ੍ਰਸਾਦ ਕਹੀਏ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ। ਤਿਆਗ ਸਗਲ ਸਿਆਨਪਾ ਭਜ ਪਾਰ ਬ੍ਰਹਮ ਨਿਰੰਕਾਰ। ਹੇ ਜੀਵ, ਆਪਣੀ ਬੁੱਧੀ ਦੀਆਂ ਸਾਰੀਆਂ ਸਿਆਣਪਾਂ ਚਤੁਰਾਈਆਂ ਛੱਡ ਕਰਕੇ ਪਾਰ ਪਾਪਾਂ ਪੁੰਨਾਂ ਤੋਂ ਪਰੇ ਬ੍ਰਹਮ ਵਿਆਪਕ ਨਿਰੰਕਾਰ ਆਕਾਰਾਂ ਤੋਂ ਰਹਿਤ ਸਰੂਪ ਪਰਮੇਸ਼ਰ ਦਾ ਭਜ ਕਹੀਏ ਭਜਨ ਕਰ। ਏਕ ਸਾਚੇ ਨਾਮ ਬਾਝੋ ਸਗਲ ਦੀਸੈ ਛਾਰ। ਇੱਕ ਸੱਚੇ ਪਰਮੇਸ਼ਵਰ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਸਾਰਾ ਪਸਾਰਾ ਸੁਆਹ ਰੂਪ ਹੀ ਦਿਖਦਾ ਹੈ। ਸੋ ਪ੍ਰਭ ਜਾਣੀਐ ਸਦ ਸੰਗ,
ਉਸ ਪ੍ਰਭੂ ਪਰਮੇਸ਼ਰ ਨੂੰ ਹਮੇਸ਼ਾ ਹੀ ਆਪਣੇ ਸੰਗ ਸਾਥ ਅੰਗ ਸੰਗ ਹੀ ਜਾਣਨਾ ਕਰੀਏ। ਗੁਰ ਪ੍ਰਸਾਦੀ ਬੂਝੀਐ ਏਕ ਹਰਿ ਕੈ ਰੰਗ ਰਹਾਉ। ਹਾਂ, ਸਤਿਗੁਰਾਂ ਦੀ ਕਿਰਪਾ ਕਰਕੇ ਇੱਕ ਪਰਮੇਸ਼ਰ ਦੇ ਰੰਗ ਪ੍ਰੇਮ ਨੂੰ ਬੁੱਝਣਾ ਕਰੀਏ, ਜਾਣਨਾ ਕਰੀਏ। ਰਹਾਉ ਵਿਸਰਾਮ ਦੇ ਕੇ ਕਿਰਪਾ ਕਰਦੇ ਹਨ। ਸਰਣ ਸਮਰੱਥ ਏਕ ਕੇਰੀ ਦੂਜਾ ਨਾਹੀ ਨਾ ਠਾਉ। ਇੱਕ ਸਮਰੱਥ ਸ਼ਕਤੀਵਾਨ ਪਰਮੇਸ਼ਰ ਦੀ ਸ਼ਰਨ ਓਟ ਲੈਣਾ ਕਰੀਏ, ਕਿਉਂਕਿ ਉਸ ਤੋਂ ਬਗੈਰ ਕੋਈ ਹੋਰ ਦੂਸਰਾ ਠਾਉ ਕੀਏ ਟਿਕਾਣਾ ਨਹੀਂ ਹੈ। ਮਹਾ ਭਉਜਲ ਲੰਘੀਐ ਸਦਾ ਹਰ ਗੁਣ ਗਾਓ। ਹਮੇਸ਼ਾ ਹਰੀ ਪਰਮੇਸ਼ਰ ਦੇ ਗੁਣਾਂ ਨੂੰ ਗਾਇਨ ਕਰੀਏ ਤਾਂ ਮਹਾ ਵੱਡੇ ਭਉਜਲ ਭੈਦਾਇਕ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਈਦਾ ਹੈ। ਜਨਮ ਮਰਨ ਨਿਵਾਰੀਐ ਦੁਖ ਨਾ ਜੰਪੁਰ ਹੋਏ। ਇਸ ਪ੍ਰਕਾਰ ਆਪਣੇ ਜੰਮਣ ਮਰਨ ਨੂੰ ਨਿਵਾਰੀਐ, ਨਿਵਰਤ ਕਰ ਲਈਏ, ਫਿਰ ਜਮਾਂ ਦੀ ਪੁਰੀ ਵਿੱਚ ਵੀ ਕੋਈ ਦੁੱਖ ਕਸ਼ਟ ਨਹੀਂ ਹੋਵੇਗਾ। ਨਾਮ ਨਿਧਾਨ ਸੋਈ ਪਾਏ ਕਿਰਪਾ ਕਰੇ ਪ੍ਰਭ ਸੋਏ। ਹੇ ਭਾਈ, ਨਾਮ ਦੇ ਨਿਧਾਨ ਖਜ਼ਾਨੇ ਨੂੰ ਉਹ ਹੀ ਪ੍ਰਾਪਤ ਕਰਦਾ ਹੈ ਜਿਨ੍ਹਾਂ ਉੱਤੇ ਸੋਏ ਉਹ ਪ੍ਰਭੂ ਪਰਮੇਸ਼ਰ ਆਪ ਕਿਰਪਾ ਮਿਹਰ ਕਰਦਾ ਹੈ। ਏਕ ਟੇਕ ਆਧਾਰ ਏਕੋ ਏਕ ਕਾ ਮਨ ਜੋਰ। ਇੱਕੋ ਦੀ ਹੀ ਇਸ ਲੋਕ ਵਿੱਚ ਓਟ ਹੈ, ਇੱਕੋ ਦਾ ਹੀ ਪਰਲੋਕ ਵਿੱਚ ਆਧਾਰ ਆਸਰਾ ਹੈ ਅਤੇ ਇੱਕ ਪਰਮੇਸ਼ਰ ਦਾ ਹੀ ਮਨ ਹਿਰਦੇ ਵਿੱਚ ਬਲ ਗਿਆਨ ਹੈ। ਨਾਨਕ ਜਪੀਐ ਮਿਲ ਸਾਧ ਸੰਗਤ ਹਰ ਬਿਨ ਅਵਰ ਨ ਹੋਰ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਸਾਧ ਸੰਗਤ ਸ੍ਰੇਸ਼ਟ ਜਨਾਂ ਦੀ ਸੰਗਤ ਵਿੱਚ ਮਿਲ ਕਰਕੇ ਪਰਮੇਸ਼ਵਰ ਵਾਹਿਗੁਰੂ ਦਾ ਨਾਮ ਜਪਣਾ ਕਰੀਏ, ਕਿਉਂਕਿ ਉਸ ਪਰਮੇਸ਼ਰ ਤੋਂ ਬਗੈਰ ਅਵਰ ਸਥਾਨ ਵਿੱਚ ਹੋਰ ਕੋਈ ਨਹੀਂ ਹੈ। ਆਸਾ ਮਹੱਲਾ ਪੰਜਵਾ। ਜੀਉ ਮਨ ਤਨ ਪ੍ਰਾਨ ਪ੍ਰਭ ਕੇ ਦੀਏ ਸਭ ਰਸ ਭੋਗ। ਜੀਉ ਕਹੀਏ ਸੂਖਮ ਸਰੀਰ, ਮਨ ਹਿਰਦਾ ਤਨ ਸਥੂਲ ਸਰੀਰ, ਪ੍ਰਾਨ ਸਵਾਸ ਆਦਿ ਸਾਰੇ ਪ੍ਰਭੂ ਪਰਮੇਸ਼ਰ ਦੇ ਦਿੱਤੇ ਹੋਏ ਆ ਅਤੇ ਸਾਰੇ ਰਸ ਤੇ ਭੋਗ ਪਦਾਰਥ, ਸਾਰੇ ਭੋਗਣ ਯੋਗ ਸਵਾਦ ਵੀ ਪਰਮੇਸ਼ਰ ਦੇ ਦਿੱਤੇ ਹੋਏ ਆ। ਦੀਨ ਬੰਦਪ ਜੀ ਦਾਤਾ ਸਰਣ ਰਾਖਣ ਜੋਗ। ਉਹ ਪਰਮੇਸ਼ਰ ਗਰੀਬਾਂ ਦਾ ਬੰਦਪ ਸੰਬੰਧੀ, ਜੀਵਨ ਮੁਕਤੀ ਜੀ ਦਾਨ ਦਾ ਦਾਤਾ ਦੇਣ ਵਾਲਾ ਹੈ ਅਤੇ ਓਟ ਵਿੱਚ ਆਇਆਂ ਨੂੰ ਰੱਖਣ ਦੇ ਯੋਗ ਲਾਇਕ ਹੈ। ਮੇਰੇ ਮਨ ਧਿਆਏ ਹਰ ਹਰ ਨਾਉ। ਹੇ ਮੇਰੇ ਸਾਡੇ ਮਨਾ, ਹਰੀ ਪ੍ਰਭੂ ਪਰਮੇਸ਼ਰ ਦੇ ਨਾਮ ਨੂੰ ਧਿਆਉਣਾ ਕਰ। ਹਲਤ ਪਲਤ ਸਹਾਇ ਸੰਗੇ ਏਕ ਸਿਉ ਲਿਵ ਲਾਉ ਰਹਾਉ। ਜੋ ਹਲਤ ਪਲਤ ਲੋਕ ਪਰਲੋਕ ਵਿੱਚ ਸਾਥ ਹੋ ਕੇ ਸਹਾਇਤਾ ਕਰਨ ਵਾਲਾ ਹੈ, ਉਸ ਦੇ ਇੱਕ ਦੇ ਨਾਲ ਹੀ ਲਿਵ ਬਿਰਤੀ ਲਾਉਣੀ ਕਰ। ਰਹਾਉ ਵਿਸਰਾਮ ਦੇ ਕੇ ਕਿਰਪਾ ਕਰਦੇ ਹਨ। ਵੇਦ ਸ਼ਾਸਤਰ ਜਨ ਧਿਆਵਹਿ ਤਰਨ ਕਉ ਸੰਸਾਰ। ਸੰਸਾਰ ਜਗਤ ਦੇ ਤਾਈਂ ਤਰਨ ਵਾਸਤੇ ਅਨੇਕਾਂ ਜਨ ਪੁਰਸ਼ ਚਾਰ ਵੇਦਾਂ, ਛੇ ਸ਼ਾਸਤਰਾਂ ਆਦਿ ਗ੍ਰੰਥਾਂ ਨੂੰ ਧਿਆਵਹਿ ਕੀਏ ਧਿਆਉਂਦੇ ਹਨ। ਕਰਮ ਧਰਮ ਅਨੇਕ ਕਿਰਿਆ ਸਭ ਉਪਰ ਨਾਮ ਆਚਾਰ। ਜੋ ਨਿਤ ਨਿਮਿਤ ਆਦ ਕਰਮ ਜਗ ਆਦ ਧਰਮ ਅਤੇ ਨੇਤੀ ਧੋਤੀ ਆਦ ਅਨੰਤ ਪ੍ਰਕਾਰ ਦੀ ਕਿਰਿਆ ਹੈ, ਇਹਨਾਂ ਸਾਰਿਆਂ ਤੋਂ ਉੱਤੇ ਨਾਮ ਜਪਣ ਦਾ ਆਚਾਰ ਵਿਵਹਾਰ ਕਰਤੱਵ ਹੈ। ਕਾਮ ਕ੍ਰੋਧ ਅਹੰਕਾਰ ਬਿਨਸੈ ਮਿਲੈ ਸਤਿਗੁਰ ਦੇਵ। ਇਸ ਨਾਮ ਦੇ ਜਪਣ ਕਰਕੇ ਕਾਮ ਮਨੋਜ ਵਿਕਾਰ ਦ੍ਰਿਸ਼ਟੀ, ਕ੍ਰੋਧ ਗੁੱਸਾ ਤੇ ਹੰਕਾਰ ਅਭਿਮਾਨ ਸਾਰੇ ਇਤਿਆਦ ਵਿਕਾਰ ਨਾਸ ਹੋ ਜਾਣਗੇ, ਬਿਨਸ ਜਾਣਗੇ। ਫਿਰ ਸਤਿਗੁਰ ਦੇਵ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਮਿਲ ਪੈਣਗੇ। ਨਾਮ ਦ੍ਰਿੜ ਕਰ ਭਗਤ ਹਰਿ ਕੀ ਭਲੀ ਪ੍ਰਭ ਕੀ ਸੇਵ। ਇਸ ਕਰਕੇ ਪਰਮੇਸ਼ਰ ਦੇ ਨਾਮ ਨੂੰ ਦ੍ਰਿੜ ਪੱਕੀ ਤਰ੍ਹਾਂ ਵਸਾ ਕਰਕੇ ਪਰਮੇਸ਼ਰ ਦੀ ਭਗਤੀ ਕਰ। ਇਹ ਨਾਮ ਆਪ ਜਪਣਾ ਤੇ ਹੋਰਨਾਂ ਨੂੰ ਜਪਾਉਣਾ ਅਤੇ ਭਗਤੀ ਕਰਨ ਰੂਪ ਪ੍ਰਭੂ ਪਰਮੇਸ਼ਰ ਦੀ
ਸੇਵ ਟਹਿਲ ਭਲੀ ਚੰਗੀ ਹੈ। ਚਰਨ ਸਰਣ ਦਇਆਲ ਤੇਰੀ, ਤੂੰ ਨਿਮਾਣੇ ਮਾਣ। ਹੇ ਭਾਈ, ਇਉਂ ਉਸ ਪਰਮੇਸ਼ਰ ਅੱਗੇ ਬੇਨਤੀ ਕਰਕੇ, ਹੇ ਦਇਆਲ ਦਿਆਲੂ ਪਰਮੇਸ਼ਰ, ਮੈਂ ਤੁਹਾਡੀ ਚਰਨਾਂ ਦੀ ਸਰਣ ਓਟ ਵਿੱਚ ਆਇਆ ਹਾਂ। ਤੁਸੀਂ ਨਿਮਾਣੇ ਮਾਣ ਤੋਂ ਹੀਣਿਆਂ ਨੂੰ ਮਾਣ ਸਤਿਕਾਰ ਦੇਣ ਵਾਲੇ ਹੋ। ਜੀ ਪ੍ਰਾਣ ਆਧਾਰ ਤੇਰਾ, ਨਾਨਕ ਕਾ ਪ੍ਰਭ ਤਾਣ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਹੇ ਪਰਮੇਸ਼ਰ, ਤੁਸੀਂ ਜੀਵਾਂ ਨੂੰ ਪ੍ਰਾਣ ਸਵਾਸ ਦੇਣ ਵਾਲੇ ਹੋ। ਮੇਰੇ ਜੀ ਹਿਰਦੇ ਅਤੇ ਪ੍ਰਾਣ ਸਵਾਸ ਵਿੱਚ ਤੁਹਾਡਾ ਹੀ ਆਧਾਰ ਆਸਰਾ ਹੈ। ਸਾਡੇ ਜਨਾਂ ਦਾ ਤਾਂ ਪ੍ਰਭੂ ਪਰਮੇਸ਼ਰ ਤੂੰ ਹੀ ਤਾਣ ਬਲ ਹੈ। ਆਸਾ ਮਹੱਲਾ ਪੰਜਵਾ। ਡੋਲ ਡੋਲ ਮਹਾਂ ਦੁਖ ਪਾਇਆ, ਬਿਨਾ ਸਾਧੂ ਸੰਗ। ਹੇ ਜੀਵ, ਤੂੰ ਸਾਧੂ ਮਹਾਤਮਾ ਜਨਾਂ ਦੇ ਸਾਥ ਸੰਗਤ ਤੋਂ ਬਗੈਰ ਡਲਾਉਣ ਵਾਲੀ ਮਾਇਆ ਵਿੱਚ ਡੋਲ ਡੋਲ ਭਟਕ ਭਟਕ ਕੇ ਬਹੁਤ ਦੁੱਖ ਕਸ਼ਟ ਪਾਉਣਾ ਕੀਤਾ ਹੈ। ਖਾਟ ਲਾਭ ਗੋਬਿੰਦ ਹਰ ਰਸ, ਪਾਰ ਬ੍ਰਹਮ ਇੱਕ ਰੰਗ। ਗੋਬਿੰਦ ਪ੍ਰਿਥਵੀ ਦਾ ਪਾਲਣ ਕਰਨ ਵਾਲੇ ਪਰਮੇਸ਼ਰ ਦਾ ਰਸ ਆਨੰਦ ਪ੍ਰਾਪਤ ਕਰਕੇ ਮੁਕਤੀ ਰੂਪ ਲਾਭ ਲਾਹਾ ਨਫਾ ਖਾਟ ਖੱਟਣਾ ਕਰਕੇ ਇਹ ਇੱਕ ਪਾਰ ਬ੍ਰਹਮ ਪਰਮੇਸ਼ਰ ਦਾ ਹੀ ਰੰਗ ਪ੍ਰੇਮ ਪ੍ਰਾਪਤ ਕਰ। ਹਰ ਕੋ ਨਾਮ ਜਪੀਐ ਨੀਤ। ਪਰਮੇਸ਼ਰ ਦਾ ਹੀ ਨਾਮ ਨੀਤ ਨਿਤਾ ਪ੍ਰਤੀ ਨਾਮ ਜਪਣਾ ਕਰ। ਸਾਸ ਸਾਸ ਧਿਆਏ ਸੋ ਪ੍ਰਭ, ਤਿਆਗ ਅਵਰ ਪ੍ਰੀਤ ਰਹਾਉ। ਹੇ ਜੀਵ, ਉਸ ਪ੍ਰਭੂ ਪਰਮੇਸ਼ਰ ਨੂੰ ਹਰੇਕ ਸਵਾਸ ਨਾਲ ਧਿਆਉਣਾ ਕਰ ਅਤੇ ਹੋਰ ਪਦਾਰਥਾਂ ਸੰਬੰਧੀਆਂ ਆਦਿ ਦੀ ਪ੍ਰੀਤੀ ਤਿਆਗ ਛੱਡਣੀ ਕਰ। ਰਹਾਉ ਵਿਸਰਾਮ ਦੇ ਕੇ ਕਹਿੰਦੇ ਹਨ, ਕਰਨ ਕਾਰਨ ਸਮਰੱਥ ਸੋ ਪ੍ਰਭ, ਜੀ ਦਾਤਾ ਆਪ। ਉਹ ਪ੍ਰਭੂ ਪਰਮੇਸ਼ਰ ਸਾਰੇ ਕਾਰਣਾਂ ਨੂੰ ਕਰਨ ਲਈ ਸਮਰੱਥ ਸ਼ਕਤੀਵਾਨ ਹੈ ਅਤੇ ਸਾਰੇ ਜੀਵਾਂ ਨੂੰ ਦਾਤਾਂ ਦੇਣ ਵਾਲਾ ਵੀ ਆਪ ਹੈ। ਤਿਆਗ ਸਗਲ ਸਿਆਣਪਾ, ਆਠ ਪਹਿਰ ਪ੍ਰਭ ਜਾਪ। ਆਪਣੀ ਬੁੱਧੀ ਦੀਆਂ ਸਾਰੀਆਂ ਸਿਆਣਪਾਂ ਚਤੁਰਾਈਆਂ ਛੱਡ ਕੇ ਅੱਠੇ ਪਹਿਰ ਪ੍ਰਭੂ ਪਰਮੇਸ਼ਰ ਦੇ ਸਿਮਰਨ ਦਾ ਜਾਪ ਕਰ। ਮੀਤ ਸਖਾ ਸਹਾਇ ਸੰਗੀ, ਊਚ ਅਗਮ ਅਪਾਰ। ਉਹੀ ਪਰਮੇਸ਼ਰ ਮਾਤਾ ਦੇ ਗਰਭ ਵਿੱਚ ਤੇਰਾ ਮੀਤ ਮਿੱਤਰ ਸੀ। ਇਸ ਲੋਕ ਵਿੱਚ ਸਾਰੇ ਵਿਘਨਾਂ ਤੋਂ ਮਦਦ ਕਰਨ ਵਾਲਾ ਸਖਾ ਦੋਸਤ ਹੈ ਅਤੇ ਪਰਲੋਕ ਵਿੱਚ ਸਹਾਇਤਾ ਕਰਨ ਵਾਲਾ ਸਾਥੀ ਹੈ। ਤਿੰਨਾਂ ਗੁਣਾਂ ਤੋਂ ਅਤੀਤ ਹੋਣ ਰੂਪ ਉੱਚਾ ਅਗਮ ਮਨ ਦੀ ਗਮਤਾ ਤੋਂ ਰਹਿਤ, ਭਾਵ ਸੰਕਲਪਾਂ ਵਿਕਲਪਾਂ ਦਾ ਵਿਸ਼ਾ ਨਹੀਂ ਹੈ ਤੇ ਅਪਾਰ ਪ੍ਰਕਿਰਤੀ ਪਾਰਾਵਾਰ ਤੋਂ ਵੀ ਰਹਿਤ ਹੈ। ਚਰਨ ਕਮਲ ਬਸਾਏ ਹਿਰਦੈ, ਜੀ ਕੋ ਆਧਾਰ। ਪਰਮੇਸ਼ਰ ਦੇ ਪੂਜਨੀਕ ਚਰਨ ਕਮਲਾਂ ਨੂੰ ਆਪਣੇ ਹਿਰਦੈ ਕੀਏ ਮਨ ਵਿੱਚ ਵਸਾਉਣਾ ਕਰ, ਜੋ ਸਾਰੇ ਜੀਵਾਂ ਨੂੰ ਆਧਾਰ ਆਸਰਾ ਦੇਣ ਵਾਲਾ ਹੈ। ਕਰ ਕਿਰਪਾ ਪ੍ਰਭ ਪਾਰ ਬ੍ਰਹਮ, ਗੁਣ ਤੇਰਾ ਜਸ ਗਾਉ। ਹੇ ਪਾਰ ਬ੍ਰਹਮ, ਪਾਪਾਂ ਪੁੰਨਾਂ ਤੋਂ ਪਰੇ ਬ੍ਰਹਮ ਵਿਆਪਕ ਪ੍ਰਭੂ ਪਰਮੇਸ਼ਰ, ਆਪਣੀ ਕਿਰਪਾ ਮਿਹਰ ਕਰੋ ਤਾਂ ਜੋ ਅਸੀਂ ਗੁਣ ਸਿਫਤਾਂ ਦੁਆਰਾ ਤੁਹਾਡਾ ਜਸ ਕੀਰਤਨ ਗਾਇਨ ਕਰੀਏ। ਸਰਬ ਸੁਖ ਵੱਡੀ ਵਡਿਆਈ, ਜਪ ਜੀਵੈ ਨਾਨਕ ਨਾਉ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਹੇ ਮਹਾਰਾਜ, ਸਾਰੇ ਸੁੱਖ ਅਤੇ ਵੱਡੀ ਵਡਿਆਈ ਮਹਿਮਾ ਇਹੋ ਹੀ ਦੇਣਾ ਕਰੋ ਜੋ ਅਸੀਂ ਤੁਹਾਡਾ ਨਾਉ ਨਾਮ ਜਪ ਜਪ ਕੇ ਜੀਵੈ ਕਹੀਏ, ਜਿਉਣਾ ਕਰੀਏ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।